गुड मॉर्निंग दोस्तों। बीए ਸਮੈਸਟਰ 3 ਪੰਜਾਬੀ ਇਲੈਕਟਿਵ। ਆਓ ਪੜ੍ਹਦੇ ਹਾਂ ਯਥਾਰਥਵਾਦ ਦੇ ਸਿਧਾਂਤ ਬਾਰੇ। ਯਥਾਰਥਵਾਦ ਕੀ ਹੁੰਦਾ ਹੈ? ਦਰਸ਼ਨ ਵਿੱਚ ਅਸਲਵਾਦ ਜਾਂ ਯਥਾਰਥਵਾਦ ਇੱਕ ਵਿਰੋਧਾਰਥੀ ਧਾਰਨਾ ਹੈ ਜਿਹੜੀ ਦੋ ਪੱਧਤੀਆਂ ਵੱਲੋਂ ਭਿੰਨ-ਭਿੰਨ ਅਰਥਾਂ ਵਿੱਚ ਪੇਸ਼ ਕੀਤੀ ਜਾਂਦੀ ਹੈ। ਪਲੈਟੋ ਤੇ ਉਸ ਦੇ ਅਨੁਯਾਈ ਦਾਰਸ਼ਨਿਕਾਂ ਦਾ ਵਿਚਾਰ ਸੀ ਕਿ ਦਿਖਾਈ ਦੇਣ ਵਾਲੀ ਦੁਨੀਆ ਛਾਇਆ ਹੈ ਅਤੇ ਅਸਲ ਦੁਨੀਆ ਦੀ ਕੇਵਲ ਨਕਲ ਹੀ ਹੈ। ਦਿਖਾਵੇ ਦੇ ਇਸ ਪਦਾਰਥਕ ਸੰਸਾਰ ਤੋਂ ਪਰੇ ਮਨ, ਆਤਮਾ ਤੇ ਪਰਮਾਤਮਾ ਦਾ ਸੰਸਾਰ ਹੈ ਜੋ ਕਿ ਅਸਲ ਸੱਚ ਹੈ ਤੇ ਬਾਕੀ ਸਭ ਮਿੱਥਿਆ ਹੈ। ਯਥਾਰਥਵਾਦ ਦਾ ਦੂਜਾ ਵਿਚਾਰ ਆਧੁਨਿਕ ਹੈ, ਜਿਸ ਅਨੁਸਾਰ ਦਿਖਾਵੇ ਦਾ ਸੰਸਾਰ ਹੀ ਯਥਾਰਥਵਾਦ ਹੈ। ਅਸਲਵਾਦ ਦਾ ਆਧੁਨਿਕ ਰੂਪ ਪੱਛਮ ਦੀ ਉਪਯੋਗਤਾਵਾਦ ਲਹਿਰ ਦੀ ਉਪਜ ਹੈ, ਜਿਸ ਦੇ ਅਨੁਯਾਈ ਪਲੈਟੋ ਦੇ ਅਸਲਵਾਦ ਨੂੰ ਆਦਰਸ਼ਵਾਦ ਕਰਾਰ ਦਿੰਦੇ ਹਨ। ਸਾਹਿਤ ਵਿੱਚ ਆਦਰਸ਼ਵਾਦ ਤੇ ਰੋਮਾਂਸਵਾਦ ਦੇ ਉਲਟ ਯਥਾਰਥਵਾਦ ਸ਼ਬਦ ਦਾ ਪ੍ਰਯੋਗ ਅਜਿਹੀਆਂ ਰਚਨਾਵਾਂ ਬਾਰੇ ਕੀਤਾ ਜਾਂਦਾ ਹੈ ਜਿਨ੍ਹਾਂ ਵਿੱਚ ਇਸ ਜੀਵਨ ਦਾ ਹੂਬਹੂ ਚਿੱਤਰਣ ਕੀਤਾ ਗਿਆ ਹੋਵੇ ਅਤੇ ਜਿਨ੍ਹਾਂ ਵਿੱਚ ਸਾਰੀ ਕਲਾ ਸਮੱਗਰੀ ਦਾ ਆਧਾਰ ਦੇਖਿਆ ਤੇ ਮਹਿਸੂਸ ਕੀਤਾ ਜਾਣ ਵਾਲਾ ਹੋਵੇ। ਯਥਾਰਥਵਾਦੀ ਕਲਾਕਾਰ ਪਾਤਰਾਂ ਤੇ ਘਟਨਾਵਾਂ ਨੂੰ ਆਪਣੀ ਕਲਪਨਾ ਰਾਹੀਂ ਆਦਰਸ਼ ਰੂਪ ਨਹੀਂ ਦਿੰਦਾ। ਆਧੁਨਿਕ ਸਾਹਿਤ ਵਿੱਚ ਯਥਾਰਥਵਾਦ ਨੇ ਜਰਮਨ ਦਾਰਸ਼ਨਿਕਾਂ ਲੈਸਿੰਗ 1729 ਤੋਂ 1781 ਈਸਵੀ ਤੇ ਹਰਡਰ 1744 ਤੋਂ 1803 ਈਸਵੀ ਅਤੇ ਫਰਾਂਸੀਸੀ ਸਾਹਿਤਕ ਇਤਿਹਾਸਕਾਰ ਤੇਨ 1828 ਤੋਂ 1893 ਈਸਵੀ ਦੇ ਵਿਚਾਰਾਂ ਦੇ ਨਾਲ ਪ੍ਰਵੇਸ਼ ਕੀਤਾ ਹੈ। ਤੇਨ ਅਨੁਸਾਰ ਹਰੇਕ ਸਥਾਈ ਸਾਹਿਤਕ ਰਚਨਾ ਉੱਤੇ ਵਿਸ਼ੇਸ਼ ਵਰਗ, ਵਾਤਾਵਰਨ ਅਤੇ ਕਾਲ ਦਾ ਪ੍ਰਭਾਵ ਪੈਣਾ ਲਾਜ਼ਮੀ ਹੈ। ਤੇਨ ਤੋਂ ਇੱਕ ਸਦੀ ਪਹਿਲਾਂ ਇਹੀ ਵਿਚਾਰ ਲੈਸਿੰਗ, ਹਾਰਡਰ ਤੇ ਹੇਗਲ ਨੇ ਪ੍ਰਗਟ ਕੀਤੇ ਸਨ। ਇੰਗਲੈਂਡ ਵਿੱਚ ਇਹਨਾਂ ਵਿਚਾਰਕਾਂ ਦੇ ਸਭ ਤੋਂ ਨਜ਼ਦੀਕੀ ਵਰਡਜ਼ਵਰਥ ਤੇ ਕੋਲਰਿਜ ਸਨ, ਜਿਨ੍ਹਾਂ ਨੇ ਲਿਰਿਕਲ ਬੈਲੇਡਸ ਦੇ ਮੁੱਖ ਬੰਦ ਵਿੱਚ ਕਵਿਤਾ ਵਿੱਚ ਲੋਕ ਮੁਹਾਵਰਾ ਅਪਣਾਉਣ ਦੀ ਗੱਲ ਕੀਤੀ ਤਾਂ ਜੋ ਕਵਿਤਾ ਵਿੱਚ ਸਧਾਰਨ ਮਨੁੱਖ ਦੇ ਹਾਵ ਭਾਵ ਪ੍ਰਗਟ ਕੀਤੇ ਜਾ ਸਕਣ। 19ਵੀਂ ਸਦੀ ਦੇ ਵਿੱਚ ਇਹਨਾਂ ਕਵੀਆਂ ਦੇ ਵਿਚਾਰ ਫਰਾਂਸੀਸੀ ਲੇਖਕਾਂ ਸੈਂਟ ਬੌਬ ਤੇ ਬਾਦਲੇਅਰ, ਅਮਰੀਕਨ ਲੇਖਕ ਐਡਗਰ ਐਲਨ, ਜਰਮਨ ਲੇਖਕ ਦਾ ਸਟਾਇਲ 1766 ਤੋਂ 1819 ਈਸਵੀ ਨੇ ਅਪਣਾਏ। ਸਟਾਇਲ ਦਾ ਕਹਿਣਾ ਹੈ ਕਿ ਸਾਹਿਤ ਸਮਾਜ ਦਾ ਹੀ ਪ੍ਰਗਟਾਅ ਹੈ। ਹੁਣ ਤੱਕ ਯਥਾਰਥਵਾਦੀ ਲੇਖਕਾਂ ਦਾ ਮੂਲ ਮੰਤਰ ਬਣਿਆ ਹੋਇਆ ਹੈ। ਇਹ ਲੇਖਕ ਆਪਣੀਆਂ ਰਚਨਾਵਾਂ ਵਿੱਚ ਯਥਾਰਥ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਮੋਟੇ ਤੌਰ ਤੇ ਇਹਨਾਂ ਵਿਧੀਆਂ ਦੀ ਵਰਤੋਂ ਕਰਦੇ ਹਨ। ਊੜਾ ਸਥਾਨਕ ਚਿੱਤਰ ਅਤੇ ਵਾਤਾਵਰਣ ਦੀ ਵਰਤੋਂ, ਆੜਾ ਸਮਕਾਲੀਨ ਘਟਨਾਵਾਂ ਅਤੇ ਰਿਵਾਜਾਂ ਦਾ ਵਰਣਨ, ਈੜੀ ਰਚਨਾਵਾਂ ਵਿੱਚ ਆਈਆਂ ਥਾਵਾਂ ਤੇ ਲੋਕਾਂ ਬਾਰੇ ਬਿਆਨ, ਸੱਸਾ ਉਪਭਾਸ਼ਾ ਦੀ ਖੁੱਲ੍ਹੀ ਵਰਤੋਂ ਆਦਿ। 19ਵੀਂ ਸਦੀ ਦੇ ਅੰਤ ਤੇ 20ਵੀਂ ਸਦੀ ਦੇ ਆਰੰਭ ਵਿੱਚ ਯੂਰਪੀ ਤੇ ਅਮਰੀਕੀ ਸਾਹਿਤ ਵਿੱਚ ਯਥਾਰਥਵਾਦ ਦਾ ਇੰਨਾ ਪਸਾਰ ਹੋਇਆ ਕਿ ਕੋਈ ਵੀ ਸਾਹਿਤਕਾਰ ਇਸ ਤੋਂ ਬਚਿਆ ਨਾ ਰਿਹਾ। ਇੰਗਲੈਂਡ ਵਿੱਚ ਡਿਕਨਜ਼, ਥੈਕਰੇ, ਹਾਰਡੀ, ਸੈਮੂਅਲ ਬਟਲਰ, ਆਰਨਲਡ ਬੈਨੇਟ, ਟਾਮਜ਼ ਮੋਅਰ। ਫਰਾਂਸ ਵਿੱਚ ਡਿਕਨਜ਼, ਥੈਕਰੇ, ਹਾਰਡੀ, ਸੈਮੂਅਲ ਬਟਲਰ, ਆਰਨਲਡ ਬੈਨੇਟ, ਟਾਮਜ਼ ਮੇਅਰ। ਫਰਾਂਸ ਵਿੱਚ ਵਿਕਟਰ ਹਿਊਗੋ, ਬਾਲਜ਼ਕ ਅਤੇ ਪਾਲ ਵੈਲਰੀ। ਰੂਸ ਵਿੱਚ ਤੁਰਗਨੀਫ, ਦੋਸਤੋਵਸਕੀ, ਤਾਲਸਤਾਈ ਅਤੇ ਚੈਖਵ। ਆਇਰਲੈਂਡ ਵਿੱਚ ਸਿੰਘ ਅਤੇ ਲੇਡੀ ਗ੍ਰੈਗਰੀ। ਡੈਨਮਾਰਕ ਦੇ ਵਿੱਚ ਇਬਸਨ ਅਤੇ ਅਮਰੀਕਾ ਦੇ ਵਿੱਚ ਵਾਲਟ ਵਿਟਮੈਨ ਤੇ ਐਮਰਸਨ ਨੇ ਯਥਾਰਥ ਦੇ ਇਸ ਸਿਧਾਂਤ ਦੀ ਪਾਲਣਾ ਕੀਤੀ। ਅਮਰੀਕਾ ਵਿੱਚ ਵਾਲਟ ਵਿਟਮੈਨ
ਤੇ ਐਮਰਸਨ ਨੇ ਯਥਾਰਥ ਦੇ ਇਸ ਸਿਧਾਂਤ ਦੀ ਪਾਲਣਾ ਕੀਤੀ। ਸਾਹਿਤ ਵਿੱਚ ਮਾਨਵ ਦੀ ਇਸ ਮਹੱਤਤਾ ਦੇ ਕਾਰਨ ਫਰਾਂਸ ਦਾ ਇਨਕਲਾਬ ਅਤੇ ਵਿਗਿਆਨਕ ਗਿਆਨ ਦਾ ਪਸਾਰ ਅਤੇ ਕਲਾ ਰਾਹੀਂ ਪਦਾਰਥਕ ਸੱਚਾਈ ਦੀ ਭਾਲ ਕਰਨਾ ਸੀ। ਡਾਰਵਿਨ ਦੇ ਵਿਕਾਸ ਸਿਧਾਂਤ ਅਤੇ ਫਰਾਇਡ ਦੇ ਐਡਲਰ ਦੇ ਮਨੋਵਿਗਿਆਨਿਕ ਸਿਧਾਂਤਾਂ ਨੇ ਯਥਾਰਥ ਦੇ ਰੂਪ ਨੂੰ ਬਦਲ ਦਿੱਤਾ। ਬਾਲਜ਼ਕ 1799 ਤੋਂ 1850 ਈਸਵੀ ਨੇ ਆਪਣੀ ਪੁਸਤਕ ਮਨੁੱਖੀ ਸੁਖਾਂਤ ਵਿੱਚ ਯਥਾਰਥਵਾਦੀ ਲਈ ਪ੍ਰਕਿਰਤੀਵਾਦ ਸ਼ਬਦ ਦੀ ਵਰਤੋਂ ਕੀਤੀ। ਉਸਨੇ ਆਪਣਾ ਉਦੇਸ਼ ਦੱਸਦਿਆਂ ਕਿਹਾ ਕਿ ਉਸਦਾ ਮੰਤਵ ਕੇਵਲ ਉੱਪਰਲੀ ਤਹਿ ਤੇ ਜੀਵਨ ਨੂੰ ਬਿਆਨ ਕਰਨਾ ਹੀ ਨਹੀਂ, ਸਗੋਂ ਉਸਦਾ ਯਥਾਰਥ ਮਰਦ ਇਸਤਰੀਆਂ ਵੱਲੋਂ ਪੈਦਾ ਕੀਤੇ ਹੋਏ ਵਾਤਾਵਰਣ ਅਤੇ ਅਦਿੱਖ ਸਮੱਸਿਆਵਾਂ ਦਾ ਡੂੰਘਾ ਅਧਿਐਨ ਪੇਸ਼ ਕਰਨਾ ਹੈ। ਸਮਾਜ ਵੱਲੋਂ ਕੋਝੀ ਘਟੀਆ ਗੰਦੀ ਅਖਵਾਉਣ ਵਾਲੀ ਯਥਾਰਥਤਾ ਵੀ ਇਸ ਵਿੱਚ ਸ਼ਾਮਿਲ ਹੈ। ਫਰਾਂਸ ਵਿੱਚ ਇਹ ਲਹਿਰ ਬੜੇ ਜ਼ੋਰਾਂ ਤੇ ਚੱਲੀ। ਫਲਾਬੇਅਰ 1821 ਤੋਂ 1880 ਈਸਵੀ ਨੇ ਕਲਾਕਾਰ ਦੀ ਬਾਹਰ ਮੁਖੀ ਸੁਤੰਤਰਤਾ ਉੱਤੇ ਜ਼ੋਰ ਦਿੱਤਾ ਅਤੇ ਆਖਿਆ ਕਿ ਕਲਾਕਾਰ ਪਰਮਾਤਮਾ ਵਾਂਗ ਆਪਣੀ ਰਚਨਾ ਵਿੱਚ ਹਰੇਕ ਥਾਂ ਰਹੇ ਪਰ ਨਜ਼ਰ ਨਾ ਆਏ। ਫਲਾਬੇਦਾਰ ਦਾ ਉਪਨਿਆਸ ਮਦਾਮ ਬਵੇਰੀ ਅਤੇ ਬਾਦਲੇਅਰ ਦਾ ਕਾਵ ਸੰਗ੍ਰਹਿ ਦਾ ਫਲਾਵਰਜ਼ ਆਫ ਈਵਲ ਅਜਿਹੇ ਯਥਾਰਥ ਦੇ ਮੁੱਢਲੇ ਨਮੂਨੇ ਹਨ। ਜ਼ੋਲਾ 1840 ਤੋਂ 1902 ਈਸਵੀ, ਮੋਪਾਸਾ ਤੇ ਡਾਉਡੇ ਨੇ ਇਸ ਰੁਚੀ ਨੂੰ ਹੋਰ ਅੱਗੇ ਵਧਾਇਆ। ਯਥਾਰਥਵਾਦ ਦੀ ਇਹ ਧਾਰਨਾ ਮਾਨਵਵਾਦੀ, ਯਥਾਰਥਵਾਦੀ ਅਤੇ ਰਵਾਇਤੀ ਸਾਹਿਤਕ ਵਿਚਾਰਾਂ ਦੇ ਖਿਲਾਫ ਬਗਾਵਤ ਸੀ। ਇਨ੍ਹਾਂ ਲੇਖਕਾਂ ਨੇ ਸਮਾਜ ਵਿੱਚ ਸਦੀਆਂ ਤੋਂ ਚੱਲ ਰਹੇ ਗੰਦ ਨੂੰ ਫਰੋਲ ਕੇ ਲੋਕਾਂ ਸਾਹਮਣੇ ਪੇਸ਼ ਕੀਤਾ। ਮਨੁੱਖ ਦੀ ਪਸ਼ੂ ਬਿਰਤੀ, ਉਸ ਦਾ ਸ਼ੈਤਾਨੀ ਰੂਪ, ਸ਼ੈਤਾਨੀ ਪ੍ਰਗਟਾ, ਮਨੁੱਖ ਦੁਆਲੇ ਖਿਲਰਿਆ ਹੋਇਆ ਦਲਿੱਦਰ ਤੇ ਗੰਦ ਇਹਨਾਂ ਦੀਆਂ ਕਹਾਣੀਆਂ ਦੇ ਵਿਸ਼ੇ ਹਨ। ਮੰਗਤੇ, ਰੋਗੀ, ਸ਼ਰਾਬੀ, ਨੀਚ, ਲਾਲਸੀ, ਵੇਸ਼ਵਾਵਾਂ ਅਤੇ ਪਤਿਤ ਲੋਕ ਇਹਨਾਂ ਦੇ ਪਾਤਰ ਹਨ। ਇਹਨਾਂ ਵਿੱਚ ਨਿਰਾਸ਼ਾ ਤੇ ਬੌਧਿਕ ਅਸ਼ਾਂਤੀ ਹੈ। ਇਹਨਾਂ ਲੇਖਕਾਂ ਦਾ ਵਿਚਾਰ ਹੈ ਕਿ ਚੰਗਿਆਈ ਨੂੰ ਜਾਣਨ ਲਈ ਮੰਦਿਆਈ ਜਾਂ ਭੈੜ ਨੂੰ ਜਾਣਨਾ ਵੀ ਜ਼ਰੂਰੀ ਹੈ। ਅੰਗਰੇਜ਼ੀ ਲੇਖਕ D.H. ਲਾਰੈਂਸ ਨੇ ਵੀ ਇਹ ਵਿਚਾਰ ਆਪਣੇ ਨਾਵਲਾਂ ਵਿੱਚ ਪੇਸ਼ ਕੀਤੇ ਹਨ ਤੇ ਕਾਮ ਵਾਸ਼ਨਾਵਾਂ ਦਾ ਨੰਗਾ ਤੇ ਖੁੱਲ੍ਹਾ ਪ੍ਰਗਟਾਵਾ ਕੀਤਾ ਹੈ। ਇਸ ਪ੍ਰਕਿਰਤੀਵਾਦੀ ਯਥਾਰਥ ਦਾ ਬਹੁਤ ਵਿਰੋਧ ਹੋਇਆ ਤੇ ਇਸ ਨੂੰ ਅਸਲਵਾਦ ਤੋਂ ਮੋੜਾ ਕਹਿ ਕੇ ਭੰਡਿਆ ਗਿਆ। ਇਸ ਪ੍ਰਤੀਕਰਮ ਦਾ ਸਭ ਤੋਂ ਵੱਡਾ ਕਾਰਨ ਮਾਰਕਸ ਦੇ ਸਮਾਜਵਾਦੀ ਸਿਧਾਂਤ ਦਾ ਵਿਆਪਕ ਪ੍ਰਚਾਰ ਸੀ। ਮਾਰਕਸ ਦੇ ਵਿਚਾਰਾਂ ਨੇ ਯੂਰਪ ਦੇ ਵਿੱਚ ਇੱਕ ਕ੍ਰਾਂਤੀ ਲੈਣ ਦੀ, ਰੂਸ ਵਿੱਚ ਪ੍ਰੋਲਤਾਰੀ ਵਰਗ ਦੀ ਤਾਕਤ ਕਾਇਮ ਹੋਣ ਨਾਲ ਬੌਧਿਕ ਸ਼੍ਰੇਣੀ ਨੇ ਪਹਿਲੀ ਵਾਰ ਪਰੰਪਰਾਗਤ ਮਨੁੱਖ ਤੇ ਸਮਾਜ ਦੀਆਂ ਢਹਿੰਦੀਆਂ ਕੀਮਤਾਂ ਨੂੰ ਅਨੁਭਵ ਕੀਤਾ ਤੇ ਉਹਨਾਂ ਦਾ ਅਨੁਭਵ ਕੀਤਾ ਕਿ ਆਕਾਸ਼ਾਂ ਵਾਲੇ ਅਦਿੱਖ ਆਦਰਸ਼ ਦੀ ਭਾਲ ਦੀ ਥਾਂ ਮਨੁੱਖ ਤੇ ਸਮਾਜਿਕ ਸ਼ਕਤੀ ਨੂੰ ਇਸ ਧਰਤੀ ਨੂੰ ਹੀ ਸਵਰਗ ਬਣਾ ਸਕਦੇ ਹਨ। ਰਿਪੀਟ, ਰੂਸ ਵਿੱਚ ਪ੍ਰੋਲਤਾਰੀ ਵਰਗ ਦੀ ਤਾਕਤ ਕਾਇਮ ਹੋਣ ਨਾਲ ਬੌਧਿਕ ਸ਼੍ਰੇਣੀ ਨੇ ਪਹਿਲੀ ਵਾਰੀ ਪਰੰਪਰਾਗਤ ਮਨੁੱਖ ਤੇ ਸਮਾਜ ਦੀਆਂ ਢਹਿੰਦੀਆਂ ਕੀਮਤਾਂ ਨੂੰ ਅਨੁਭਵ ਕੀਤਾ ਤੇ ਉਹਨਾਂ ਨੇ ਅਨੁਭਵ ਕੀਤਾ ਕਿ ਆਕਾਸ਼ਾਂ ਵਾਲੇ ਅਦਿੱਖ ਆਦਰਸ਼ ਦੀ ਭਾਲ ਦੀ ਥਾਂ ਮਨੁੱਖ ਤੇ ਸਮਾਜਿਕ ਸ਼ਕਤੀ ਇਸ ਧਰਤੀ ਨੂੰ ਹੀ ਸਵਰਗ ਬਣਾ ਸਕਦੇ ਹਨ। ਜ਼ੇਰੇ ਅਨੁਸਾਰ ਪੂੰਜੀਪਤੀ ਸਮਾਜ ਦੇ ਪਤਨ ਨਾਲ ਇਹ ਸਾਬਤ ਹੋ ਗਿਆ ਕਿ ਆਦਰਸ਼ਵਾਦ ਵਿੱਚ ਯਥਾਰਥ ਅਤੇ ਚਿੰਤਨ ਵਿਚਕਾਰ ਕੋਈ ਸੰਬੰਧ ਨਹੀਂ ਰਹਿੰਦਾ, ਜਿਸ ਕਾਰਨ ਲੇਖਕ ਦੀ ਰਚਨਾ ਪ੍ਰਭਾਵਹੀਨ ਹੋ ਜਾਂਦੀ ਹੈ। ਸਮਾਜਵਾਦੀ ਯਥਾਰਥਵਾਦ ਅਨੁਸਾਰ ਲੇਖਕ ਨੂੰ ਵਿਅਕਤੀਗਤ ਅਧਿਐਨ ਦੀ ਥਾਂ ਸਮਾਜ ਨੂੰ ਦ੍ਰਿਸ਼ਟੀਗੋਚਰ ਕਰਨਾ ਚਾਹੀਦਾ ਹੈ। ਸੱਚਾਈ ਦੇ ਯਥਾਰਥ ਦੇ ਨਵੇਂ ਮਾਪਦੰਡ ਬਣੇ ਅਤੇ ਇਸ ਨੂੰ ਮਨੁੱਖ ਦਾ ਮਾਨਵਤਾਵਾਦੀ ਕਹਿ ਕੇ ਸੰਬੋਧਿਤ ਕੀਤਾ ਗਿਆ। ਅਸਲ ਵਿੱਚ
ਸਮਾਜਵਾਦੀ ਯਥਾਰਥਵਾਦ ਦਾ ਹੀ ਬਦਲਿਆ ਹੋਇਆ ਰੂਪ ਹੈ। ਫਰਕ ਸਿਰਫ ਇਹ ਹੈ ਕਿ ਯਥਾਰਥਵਾਦ ਦੇ ਵਿੱਚ ਸਾਹਿਤ ਰਚਨਾ ਨਿਆਂਪੂਰਨ ਨਿਰਪੱਖਤਾ ਨਾਲ ਕੀਤੀ ਜਾਂਦੀ ਹੈ। ਸਮਾਜਵਾਦੀ ਯਥਾਰਥ ਵਿੱਚ ਇਸ ਨਿਰਪੱਖਤਾ ਦਾ ਪ੍ਰਯੋਗ ਕਿਰਤੀਆਂ ਤੇ ਕਾਮਿਆਂ ਨੂੰ ਵਿਦਰੋਹ ਕਰਨ ਦੇ ਲਈ ਪ੍ਰੇਰਿਤ ਕਰਨ ਦੇ ਲਈ ਕੀਤਾ ਗਿਆ ਹੈ। 1936 ਈਸਵੀ ਦੇ ਵਿੱਚ ਪੈਰਿਸ ਵਿੱਚ ਯੂਰਪੀ ਲੇਖਕਾਂ ਦੇ ਇੱਕ ਸੰਮੇਲਨ ਪਿੱਛੋਂ ਇਸ ਲਹਿਰ ਨੇ ਜ਼ੋਰ ਫੜਿਆ। ਰੂਸ ਦੇ ਲੇਖਕ ਮੈਕਸਿਮ ਗੋਰਕੀ, ਇਲਿਆ ਏਹਰਨਬਰਗ, ਅੰਗਰੇਜ਼ ਲੇਖਕ ਰੈਲਫ ਫਾਕਸ, ਕ੍ਰਿਸਟੋਫਰ ਕਾਰਡਵੈਲ, ਹਾਵਰਡ ਫਾਸਟ, ਸਟੀਫਨ ਸਪੈਡਰ, ਸੀ.ਡੀ. ਲੂਇਸ, ਫਰਾਂਸ ਵਿੱਚ ਲੂਈ ਆਰਾਗਨ, ਆਇਰਲੈਂਡ ਵਿੱਚ ਸੀਅਨ ਕੇਸੀ, ਚਿਲੀ ਵਿੱਚ ਪਾਬਲੇ ਨੇਰੂਦਾ ਅਤੇ ਤੁਰਕੀ ਦੇ ਵਿੱਚ ਨਾਜ਼ਿਮ ਹਿਕਮਤ ਪ੍ਰਸਿੱਧ ਸਮਾਜਵਾਦੀ ਲੇਖਕ ਅਤੇ ਆਲੋਚਕ ਮੰਨੇ ਗਏ ਹਨ। ਅਸਲ ਵਿੱਚ ਯਥਾਰਥਵਾਦ ਦੇ ਵੱਖ-ਵੱਖ ਸਮਿਆਂ ਵਿੱਚ ਨਵੀਆਂ ਵਿਗਿਆਨਿਕ ਖੋਜਾਂ ਅਤੇ ਵਿਚਾਰਾਂ ਦੇ ਕਾਰਨ ਯਥਾਰਥ ਦੀ ਬਦਲਦੀ ਪਰਿਭਾਸ਼ਾ ਅਨੁਸਾਰ ਬਦਲਦਾ ਰਿਹਾ ਹੈ। ਮਨੋਵਿਗਿਆਨਕਾਂ ਨੇ ਤਾਂ ਮਨ ਦੀਆਂ ਗੁੰਝਲਾਂ ਦੀ ਜਾਂਚ ਕਰਨ ਨੂੰ ਹੀ ਯਥਾਰਥ ਸਮਝਿਆ ਹੈ। ਇਸ ਲਈ ਆਧੁਨਿਕ ਸਾਹਿਤ ਵਿੱਚ ਜੀਵਨ ਦੀਆਂ ਅਸਲੀਅਤ ਦਾ ਪ੍ਰਕਾਸ਼ ਕਰਨ ਵਾਲੇ ਯਥਾਰਥ ਦਾ ਅਰਥ ਮਹੱਤਵ ਨਹੀਂ ਰੱਖਦਾ, ਪਰ ਸਮਾਜ ਦੇ ਸਾਰੇ ਵਰਗਾਂ ਨਾਲ ਸੰਬੰਧਿਤ ਘਟਨਾਵਾਂ, ਪਾਤਰਾਂ ਤੇ ਥਾਵਾਂ ਦਾ ਨਿਰਪੱਖ ਤੇ ਨਿਆਂਪੂਰਨ ਬਿਆਨ ਅਜੇ ਵੀ ਯਥਾਰਥਵਾਦੀ ਸਾਹਿਤ ਦੇ ਵਿਸ਼ੇਸ਼ ਗੁਣ ਹਨ। ਆਧੁਨਿਕ ਅਰਥਾਂ ਵਿੱਚ ਪੰਜਾਬੀ ਸਾਹਿਤ ਦੇ ਵਿੱਚ ਯਥਾਰਥਵਾਦ ਦਾ ਪ੍ਰਵੇਸ਼ ਈਸ਼ਵਰ ਚੰਦਰ ਨੰਦਾ ਦੇ ਨਾਟਕਾਂ ਦੇ ਨਾਲ ਹੋਇਆ, ਜਿਸ ਨੇ ਆਇਰਲੈਂਡ ਦੇ ਯਥਾਰਥਵਾਦੀ ਨਾਟਕਕਾਰਾਂ ਤੋਂ ਪ੍ਰੇਰਨਾ ਲੈ ਕੇ ਆਪਣੇ ਨਾਟਕਾਂ ਵਿੱਚ ਪੰਜਾਬ ਦਾ ਅਸਲ ਰੂਪ ਪੇਸ਼ ਕੀਤਾ। ਸ਼ਰਧਾ ਰਾਮ ਫਿਲੌਰੀ ਨੇ ਆਪਣੀ ਪੁਸਤਕ ਪੰਜਾਬੀ ਬਾਤਚੀਤ ਵਿੱਚ ਲੋਕ ਮੁਹਾਵਰੇ ਰਾਹੀਂ ਪੰਜਾਬ ਦੀਆਂ ਰਸਮਾਂ ਰਿਵਾਜਾਂ ਉੱਤੇ ਚਾਨਣਾ ਪਾਇਆ। ਭਾਈ ਮੋਹਨ ਸਿੰਘ ਵੈਦ ਅਤੇ ਚਰਨ ਸਿੰਘ ਸ਼ਹੀਦ ਨੇ ਆਪਣੀਆਂ ਰਚਨਾਵਾਂ ਵਿੱਚ ਸਮਾਜਿਕ ਕੁਰੀਤੀਆਂ ਵੱਲ ਧਿਆਨ ਦਿਵਾਇਆ। ਨਾਨਕ ਸਿੰਘ ਦੇ ਨਾਵਲਾਂ ਦੇ ਵਿੱਚ ਯਥਾਰਥ ਪ੍ਰਧਾਨ ਰਿਹਾ, ਪਰ ਇਸ ਸਮੇਂ ਲੇਖਕਾਂ ਦੀ ਰੁਚੀ ਸਮਾਜਿਕ ਸੁਧਾਰ ਕਰਨ ਵੱਲ ਸੀ। 1936 ਈਸਵੀ ਦੇ ਵਿੱਚ ਭਾਰਤ ਵਿੱਚ ਪ੍ਰਗਤੀਵਾਦੀ ਲਹਿਰ ਦਾ ਆਰੰਭ ਹੋਇਆ, ਜਿਸ ਦੇ ਪ੍ਰਭਾਵ ਹੇਠ ਪੰਜਾਬੀ ਲੇਖਕਾਂ ਨੇ ਸਮਾਜਵਾਦੀ ਯਥਾਰਥ ਅਤੇ ਪ੍ਰਕਿਰਤਿਕ ਯਥਾਰਥ ਦਾ ਮਿਸ਼ਰਣ ਆਪਣੀਆਂ ਰਚਨਾਵਾਂ ਦੇ ਵਿੱਚ ਅੰਕਿਤ ਕੀਤਾ। ਕਵਿਤਾ ਵਿੱਚ ਮੋਹਨ ਸਿੰਘ, ਬਾਬਾ ਬਲਵੰਤ ਸਿੰਘ, ਪ੍ਰੀਤਮ ਸਿੰਘ ਸਫੀਰ, ਅੰਮ੍ਰਿਤਾ ਪ੍ਰੀਤਮ, ਸੰਤੋਖ ਸਿੰਘ ਧੀਰ, ਨਾਟਕ ਵਿੱਚ ਸੰਤ ਸਿੰਘ ਸੇਖੋਂ, ਹਰਚਰਨ ਸਿੰਘ, ਬਲਵੰਤ ਗਾਰਗੀ, ਨਾਵਲ ਦੇ ਵਿੱਚ ਸੁਰਿੰਦਰ ਸਿੰਘ ਨਰੂਲਾ, ਸੰਤ ਸਿੰਘ ਸੇਖੋਂ, ਅੰਮ੍ਰਿਤਾ ਪ੍ਰੀਤਮ ਅਤੇ ਜਸਵੰਤ ਸਿੰਘ ਕਮਲ, ਕਹਾਣੀ ਦੇ ਵਿੱਚ ਸੰਤ ਸਿੰਘ ਸੇਖੋਂ, ਸੁਜਾਨ ਸਿੰਘ, ਕਰਤਾਰ ਸਿੰਘ ਦੁੱਗਲ, ਕੁਲਵੰਤ ਸਿੰਘ ਵਿਰਕ, ਸੰਤੋਖ ਸਿੰਘ ਧੀਰ ਪ੍ਰਸਿੱਧ ਯਥਾਰਥਵਾਦੀ ਲੇਖਕ ਹਨ। ਇਹਨਾਂ ਵਿੱਚੋਂ ਸੇਖੋਂ, ਸੁਜਾਨ ਸਿੰਘ ਤੇ ਜਸਵੰਤ ਸਿੰਘ ਕਮਲ ਸਮਾਜਵਾਦੀ ਯਥਾਰਥਵਾਦੀ ਹਨ। ਵਿਰਕ, ਅੰਮ੍ਰਿਤਾ ਪ੍ਰੀਤਮ ਅਤੇ ਸੰਤੋਖ ਸਿੰਘ ਧੀਰ ਨਿਰੋਲ ਯਥਾਰਥਵਾਦੀ ਹਨ। ਗਾਰਗੀ ਨੇ ਨਰੂਲਾ ਦਾ ਯਥਾਰਥ ਮਿਸ਼ਰਤ ਹੈ। ਗਾਰਗੀ ਤੇ ਨਰੂਲਾ ਦਾ ਯਥਾਰਥ ਮਿਸ਼ਰਤ ਹੈ, ਪਰ ਕਰਤਾਰ ਸਿੰਘ ਦੁੱਗਲ ਦਾ ਯਥਾਰਥ ਪ੍ਰਕਿਰਤੀਵਾਦੀ ਅਤੇ ਮਨੋਵਿਗਿਆਨਿਕ ਯਥਾਰਥ ਦਾ ਮਿਸ਼ਰਣ ਪੇਸ਼ ਕਰਦਾ ਹੈ। ਇਹ ਸੀ ਯਥਾਰਥਵਾਦ ਦੇ ਸਿਧਾਂਤ ਦੇ ਬਾਰੇ ਵਿਚਾਰ ਚਰਚਾ। ਅੱਜ ਦੇ ਵਾਸਤੇ ਇੰਨਾ ਹੀ। ਪੜ੍ਹਦੇ ਰਹੋ, ਅੱਗੇ ਵਧਦੇ ਰਹੋ।